ਹੈਲੋ ਫਰੈਂਡਸ, ਅੱਜ ਦਾ ਟੌਪਿਕ ਹੈ ਸਤ੍ਹਾ ਦਾ ਖੇਤਰਫਲ। ਸਾਡੇ ਕੋਲ ਕੁਝ ਚਿੱਤਰ ਦਿੱਤੇ ਗਏ ਹਨ। ਪਹਿਲੇ ਚਿੱਤਰ ਵਿੱਚ ਇੱਕ ਬਕਸਾ ਦਿੱਤਾ ਹੋਇਆ ਹੈ ਜਿਸ ਦੀਆਂ ਤਿੰਨੇ ਭੁਜਾਵਾਂ ਬਰਾਬਰ ਹਨ। ਇਸ ਚਿੱਤਰ ਦਾ ਨਾਮ ਹੋਵੇਗਾ ਕਣ ਅਤੇ ਕਣ ਦਾ ਸਤ੍ਹਾ ਦਾ ਖੇਤਰਫਲ ਦਾ ਸੂਤਰ ਹੈ 6 ਗੁਣਾ ਭੁਜਾ ਦਾ ਵਰਗ। ਭੁਜਾ ਇੱਥੇ A ਲਈ ਹੋਈ ਹੈ, ਇਸ ਲਈ ਸੂਤਰ ਬਣ ਗਿਆ 6 ਗੁਣਾ A ਸਕੁਅਰ। ਦੂਸਰਾ ਚਿੱਤਰ ਹੈ ਇੱਕ ਹੋਰ ਬਕਸਾ ਜਿਸ ਦੀਆਂ ਸਾਈਡਾਂ ਭੁਜਾਵਾਂ ਬਰਾਬਰ ਨਹੀਂ ਹਨ। ਇਸ ਦੀ ਲੰਬਾਈ L ਹੈ, ਚੌੜਾਈ B ਅਤੇ ਉਚਾਈ ਹਾਈਟ H। ਇਸ ਤਰ੍ਹਾਂ ਦੇ ਬਕਸੇ ਨੂੰ ਘਣਾਵ ਕਹਿੰਦੇ ਹਨ ਅਤੇ ਘਣਾਵ ਦਾ ਸਤ੍ਹਾ ਦਾ ਖੇਤਰਫਲ ਫਾਰਮੂਲਾ ਹੋਵੇਗਾ 2 ਬ੍ਰੈਕਟ ਲੰਬਾਈ ਚੌੜਾਈ ਪਲਸ ਚੌੜਾਈ ਉਚਾਈ ਪਲਸ ਉਚਾਈ ਲੰਬਾਈ। ਇਹਨਾਂ ਦੋਹਾਂ ਨੂੰ ਲੰਬਾਈ ਚੌੜਾਈ ਨੂੰ ਆਪਸ ਵਿੱਚ ਗੁਣਾ ਕਰਕੇ ਫਿਰ ਚੌੜਾਈ ਉਚਾਈ ਨੂੰ ਗੁਣਾ ਕਰਕੇ ਇਸੇ ਤਰ੍ਹਾਂ ਉਚਾਈ ਅਤੇ ਲੰਬਾਈ ਨੂੰ ਗੁਣਾ ਕਰਕੇ ਤਿੰਨਾਂ ਰਕਮਾਂ ਨੂੰ ਜੋੜਫਲ ਕਰਕੇ ਉਸ ਦਾ ਦੁੱਗਣਾ ਕਰਨ ਤੇ ਸਾਨੂੰ ਘਣਾਵ ਦਾ ਸਤ੍ਹਾ ਦਾ ਖੇਤਰਫਲ ਪ੍ਰਾਪਤ ਹੁੰਦਾ ਹੈ। ਜਿੰਨੀ ਕੀਮਤ ਦਿੱਤੀ ਹੋਏਗੀ ਲੰਬਾਈ ਚੌੜਾਈ ਉਚਾਈ ਦੀ, ਜਿਵੇਂ ਕਿ ਚਿੱਤਰ ਵਿੱਚ ਹੈ ਲੰਬਾਈ L ਚੌੜਾਈ B ਉਚਾਈ H, ਤਾਂ ਫਾਰਮੂਲਾ ਬਣ ਜਾਏਗਾ 2 ਗੁਣਾ ਲੰਬਾਈ ਚੌੜਾਈ ਦੀ ਜਗ੍ਹਾ LB ਪਲਸ BH ਪਲਸ HL। ਤੀਸਰਾ ਚਿੱਤਰ ਹੈ ਇੱਕ ਵੇਲਣ। ਇਸ ਵੇਲਣ ਦਾ ਅਰਧ ਵਿਆਸ R ਹੈ ਅਤੇ ਉਚਾਈ H। ਵੇਲਣ ਦਾ ਸਤ੍ਹਾ ਦਾ ਖੇਤਰਫਲ ਹੋਵੇਗਾ 2 ਪਾਈ RH ਅਤੇ ਅਸੀਂ ਜਾਣਦੇ ਹਾਂ ਪਾਈ ਦੀ ਕੀਮਤ ਹੁੰਦੀ ਹੈ 22/7 ਜਾਂ ਫਿਰ 3.14। ਸਤ੍ਹਾ ਦਾ ਖੇਤਰਫਲ ਕਿਸੇ ਵੀ 3 ਡਾਇਮੈਂਸ਼ਨਲ 3 ਪਸਾਰੀ ਆਕ੍ਰਿਤੀ ਦੀ ਸਤ੍ਹਾ ਉਸਦੇ ਇਰਦ ਗਿਰਦ ਆਲੇ ਦੁਆਲੇ ਦਾ ਖੇਤਰਫਲ ਹੁੰਦਾ ਹੈ। ਇਸ ਨਾਲ ਸੰਬੰਧਿਤ ਸਾਡੇ ਦੈਨਿਕ ਜੀਵਨ ਦੇ ਪ੍ਰਸ਼ਨ ਆਓ ਕੁਝ ਸਵਾਲ ਹੱਲ ਕਰਕੇ ਦੇਖਦੇ ਹਾਂ। ਪਹਿਲਾ ਪ੍ਰਸ਼ਨ ਹੈ, ਕਿਸ ਡੱਬੇ ਨੂੰ ਬਣਾਉਣ ਲਈ ਘੱਟ ਸਮੱਗਰੀ ਦੀ ਜ਼ਰੂਰਤ ਹੈ? ਇੱਥੇ ਸਾਡੇ ਕੋਲ 2 ਡੱਬੇ ਦਿੱਤੇ ਗਏ ਹਨ। ਪਹਿਲੀ ਆਕ੍ਰਿਤੀ ਹੈ ਇੱਕ ਘਣਾਵ ਅਤੇ ਦੂਸਰੀ ਡੱਬੇ ਦੀ ਆਕ੍ਰਿਤੀ ਹੈ ਇੱਕ ਕਣ। ਕਿਉਂਕਿ ਘਣਾਵ ਦੀਆਂ 3 ਅਲੱਗ-ਅਲੱਗ ਭੁਜਾਵਾਂ ਦਿੱਤੀਆਂ ਹੋਈਆਂ ਹਨ ਅਤੇ ਕਣ ਦੀਆਂ ਤਿੰਨੇ ਭੁਜਾਵਾਂ ਦਾ ਮਾਪ ਇੱਕੋ ਕਿਸਮ ਦਾ ਹੈ, 50 ਸੈਂਟੀਮੀਟਰ ਹੈ। ਤਾਂ ਅਸੀਂ ਪਤਾ ਕਰਨਾ ਹੈ, ਜੇ ਅਸੀਂ ਇਹ 2 ਡੱਬੇ ਬਣਾਉਣੇ ਹਨ ਕਿਸੇ ਕਾਗਜ਼ ਦੇ ਜਾਂ ਗੱਤੇ ਦੇ, ਤਾਂ ਦੋਨਾਂ ਵਿੱਚੋਂ ਕਿਸ ਡੱਬੇ ਨੂੰ ਬਣਾਉਣ ਲਈ ਘੱਟ ਸਮਾਨ ਚਾਹੀਦਾ ਹੈ। ਇਸ ਦੇ ਲਈ ਅਸੀਂ ਇਸ ਦੀ ਸਤ੍ਹਾ ਤੇ ਘੁੰਮਣਾ ਹੈ, ਆਲੇ ਦੁਆਲੇ ਦਾ ਪਤਾ ਕਰਨਾ ਹੈ। ਇਸ ਲਈ ਫਾਰਮੂਲਾ ਚੱਲੇਗਾ ਸਤ੍ਹਾ ਦਾ ਖੇਤਰਫਲ। ਘਣਾਵ ਦਾ ਸਤ੍ਹਾ ਦਾ ਖੇਤਰਫਲ ਸੂਤਰ ਦੇਖਿਆ ਸੀ, ਇਹ ਹੁੰਦਾ ਹੈ 2 LB BH HL, ਮਤਲਬ 2 ਗੁਣਾ ਲੰਬਾਈ ਗੁਣਾ ਚੌੜਾਈ, ਚੌੜਾਈ ਗੁਣਾ ਉਚਾਈ, ਉਚਾਈ ਗੁਣਾ ਲੰਬਾਈ। ਆਓ ਕੀਮਤਾਂ ਰੱਖੀਏ। 2 LB, L मैंने लेंथ लंबाई 60 सेंटीमीटर, ब्रेड्थ ਚੌੜਾਈ 40 ਸੈਂਟੀਮੀਟਰ। ਇਹਨਾਂ ਦੀ ਗੁਣਾ ਹੋਵੇਗੀ, ਇਸ ਲਈ ਇਹਨਾਂ ਨੂੰ ਬ੍ਰੈਕਟ ਵਿੱਚ ਰੱਖ ਲਿਆ ਹੈ, ਪਲਸ BH ਚੌੜਾਈ ਅਤੇ ਉਚਾਈ 40 50 40 ਗੁਣਾ 50। ਫਿਰ ਜੋੜ ਦਾ ਚਿੰਨ੍ਹ ਪਾ ਕੇ HL ਹਾਈਟ ਲੈਂਥ 50 ਅਤੇ 60। ਇਸ ਤਰ੍ਹਾਂ ਅਸੀਂ ਤਿੰਨੇ ਕੀਮਤਾਂ ਸੂਤਰ ਵਿੱਚ ਰੱਖ ਦਿੱਤੀਆਂ ਔਰ ਸਾਨੂੰ ਪ੍ਰਾਪਤ ਹੁੰਦਾ ਹੈ 2 ਗੁਣਾ 6 ਗੁਣਾ 4 24, 6 ਚੌਕਾ 24 ਤੇ ਦੋਨਾਂ ਕੋਲ ਇੱਕ ਇੱਕ 0 ਸੀ, ਇਹ ਬਣ ਗਿਆ 2400। ਇਸੇ ਤਰ੍ਹਾਂ 4 5 20 ਅਤੇ 2 ਜ਼ੀਰੋਆਂ 20 2 ਜ਼ੀਰੋਆਂ ਅਤੇ ਲਾਸਟ ਹੈ 6 5 30 2 ਜ਼ੀਰੋਆਂ।
ਇਸ ਤਰ੍ਹਾਂ ਅਸੀਂ ਇਹ ਬ੍ਰੈਕਟਾਂ ਦੀ ਗੁਣਾ ਕਰ ਲਈ ਹੈ। ਬ੍ਰੈਕਟ ਦੇ ਅੰਦਰ ਦੀ ਰਕਮ ਨੂੰ ਅਸੀਂ ਜੋੜਿਆ, ਇਹ ਬਣ ਜਾਏਗਾ 2 ਬ੍ਰੈਕਟ ਦੇ ਬਾਹਰ ਗੁਣਾ 7400 इज इक्वल टू गुणा किया जी 0 0 8 14 14800 ਅਤੇ ਖੇਤਰਫਲ ਦੀ ਇਕਾਈ ਕਿਉਂਕਿ ਇੱਥੇ ਸੈਂਟੀਮੀਟਰ ਚੱਲ ਰਿਹਾ ਹੈ, ਸੈਂਟੀਮੀਟਰ ਦਾ ਸਕੁਅਰ। ਇਸ ਤਰ੍ਹਾਂ ਅਸੀਂ ਘਣਾਵ ਨੂੰ ਬਣਾਉਣ ਲਈ ਲੋੜੀਂਦਾ ਸਮੱਗਰੀ ਕੱਢ ਲਈ ਹੈ 14800 ਵਰਗ ਸੈਂਟੀਮੀਟਰ। ਇਸੇ ਤਰ੍ਹਾਂ ਘਣ ਦਾ ਸਤ੍ਹਾ ਦਾ ਖੇਤਰਫਲ ਦਾ ਸੂਤਰ ਲਗਾ ਕੇ ਅਸੀਂ ਘਣ ਲਈ ਸਮੱਗਰੀ ਦੇਖਾਂਗੇ। ਸੂਤਰ ਸੀ 6 ਗੁਣਾ L ਸਕੁਅਰ, ਭਾਵ 6 ਗੁਣਾ ਭੁਜਾ ਦਾ ਵਰਗ। ਭੁਜਾ ਇੱਥੇ 50 ਹੈ, 50 ਦਾ ਵਰਗ 6 ਗੁਣਾ 50 ਗੁਣਾ 50 2500 ਅਤੇ ਦੋਨਾਂ ਨੂੰ ਗੁਣਾ ਕੀਤਾ 25 ਛਿਕਾ 150 2 ਜ਼ੀਰੋਆਂ 15000 वर्ग सेंटीमीटर। इकाई बहुत जरूरी चीज है। इस तरह साडे कोल घण दा सतह दा खेत्रफल असी पता कर लिया 15000। हुण प्रश्न की सी, किस डब्बे नूं बनाउण लई घट समग्री दी जरूरत है। असी तुलना करनी है दोने खेत्रफलों दी। 14800 घणाव दा खेत्रफल सी, 15000 घण दा सतह दा खेत्रफल है। दोनों विचों किहड़ी राशि घट है? 14800। इस तरह असी सिट्टे ते पहुंच चुके हाँ कि घणाव नूं बनाउण लई घट समग्री दी लोड़ है अते असी अपना हल कर लिया है। इस तरह असी अपने दैनिक जीवन दीयां समस्यावां दे हल गणित दी सहायता नाल कर सकते हाँ। अगला प्रश्न देखते हाँ। इस तरह दे घण दी भुजा पता करो जिस दी कुल सतह दा खेत्रफल 600 सेंटीमीटर स्क्वायर है। साडे कोल प्रश्न विच आकृति घण दिती गई है, इस दी असी भुजा पता करनी है। दिता होया है सानू कुल सतह दा खेत्रफल। असी घण दा कुल सतह दा खेत्रफल दा सूत्र लगा रहे हाँ। आओ हल करते हाँ। घण दा कुल सतह दा खेत्रफल सूत्र है 6 गुणा भुजा दा वर्ग। साडे कोल प्रश्न विच भुजा पता करने लई कहा गया है, यह साडे कोल नहीं है, पर साडे कोल उपलब्ध है 600 वर्ग सेंटीमीटर सतह दा खेत्रफल। तो कुल सतह दा खेत्रफल दी असी कीमत रख रहे हाँ 600 वर्ग सेंटीमीटर, फिर बराबर है 6 गुणा भुजा दा वर्ग। इत्थे साडे कोल एक समीकरण प्राप्त हुंदी है, इसनूं असी हल करांगे। 6 नूं 600 वाली साइड ते ले गए, 600 बटा बन जाएगा 6 इज इक्वल टू पिछे रह गया भुजा दा वर्ग। 600 नूं 6 नाल भाग किया तो आंसर मिलेगा 100। भुजा दा वर्ग है 100, दोने असी बराबर रख ले। इत्थों प्राप्त हुंदा है भुजा दा वर्ग। असी वो रकम देखनी है जिस दा वर्ग 100 होवे। बिल्कुल ठीक, 10 दा वर्ग 100 हुंदा है, 10 दा 100। वर्ग दे नाल वर्ग कट सकते हाँ, तो सानू मिलेगा भुजा बराबर है 10 अते इकाई सेंटीमीटर स्क्वायर सी, तो भुजा हो जाएगी 10 सेंटीमीटर। साडे कोल प्रश्न दा हल आ गया। वर्ग दी भुजा बराबर है 10 सेंटीमीटर। आंसर। इस तरह साथियों असी फार्मूलिਆਂ ਨੂੰ बहुत चंगी तरह याद करना है
ਅਤੇ ਪ੍ਰਸ਼ਨ ਦੇ ਮੁਤਾਬਕ ਦਿੱਤਾ ਹੋਇਆ ਫਾਰਮੂਲਾ ਲਗਾ ਕੇ ਹੱਲ ਕੱਢ ਸਕਦੇ ਹਾਂ। ਆਓ ਇੱਕ ਹੋਰ ਪ੍ਰਸ਼ਨ ਦੇਖਦੇ ਹਾਂ। ਕਿਸ ਟੈਂਕ ਦਾ ਪਾਸਵੀਂ ਸਤ੍ਹਾ ਦਾ ਖੇਤਰਫਲ ਵੱਧ ਹੈ? ਇੱਥੇ ਸਾਡੇ ਕੋਲ ਦੋ ਆਕਾਰ ਦਿੱਤੇ ਗਏ ਹਨ। ਪਹਿਲਾ ਹੈ ਵੇਲਣਾਕਾਰ ਅਤੇ ਦੂਸਰਾ ਇੱਕ ਘਣ ਹੈ। ਇਸ ਦੀਆਂ ਤਿੰਨੇ ਭੁਜਾਵਾਂ ਲੰਬਾਈ, ਚੌੜਾਈ, ਉਚਾਈ ਬਰਾਬਰ ਹਨ। ਵੇਲਣ ਦਾ ਵਿਆਸ 7 ਸੈਂਟੀਮੀਟਰ ਅਤੇ ਉਚਾਈ 7 ਸੈਂਟੀਮੀਟਰ, ਭਾਵ ਸਾਰੀਆਂ ਰਕਮਾਂ ਬਰਾਬਰ ਦਿੱਤੀਆਂ ਹੋਈਆਂ ਹਨ। ਅਸੀਂ ਕੈਲਕੂਲੇਸ਼ਨਸ ਕਰਕੇ ਫਾਰਮੂਲੇ ਲਗਾ ਕੇ ਪਤਾ ਕਰਨਾ ਹੈ ਕਿ ਦੋਨਾਂ ਚਿੱਤਰਾਂ ਵਿੱਚੋਂ ਕਿਸ ਚਿੱਤਰ ਦਾ ਜਾਂ ਕਿਸ ਟੈਂਕ ਦਾ ਪਾਸਵੀਂ ਸਤ੍ਹਾ ਦਾ ਖੇਤਰਫਲ ਵੱਧ ਹੈ। ਅਸੀਂ ਫਾਰਮੂਲਾ ਲਗਾ ਰਹੇ ਹਾਂ। ਪਹਿਲਾ ਚਿੱਤਰ ਹੈ ਵੇਲਣ। ਵੇਲਣ ਦਾ ਪਾਸਵੀਂ ਸਤ੍ਹਾ ਦਾ ਖੇਤਰਫਲ is equal to 2 pi r h। ਸਾਡੇ ਕੋਲ ਚਿੱਤਰ ਵਿੱਚ ਦਿੱਤਾ ਗਿਆ ਹੈ ਵਿਆਸ d ਡਾਇਆਮੀਟਰ 7 ਸੈਂਟੀਮੀਟਰ। ਇਸ ਤੋਂ ਅਸੀਂ ਅਰਧ ਵਿਆਸ ਪਤਾ ਕੀਤਾ। ਅਰਧ ਵਿਆਸ ਹੁੰਦਾ ਹੈ r, ਜੋ ਕਿ ਵਿਆਸ ਦਾ ਅਰਧ ਹੈ, ਅੱਧਾ ਹੈ, ਮਤਲਬ 7/2 ਸੈਂਟੀਮੀਟਰ r ਹੈ। ਹੋਰ ਸੂਤਰ ਵਿੱਚ ਚਾਹੀਦਾ ਹੈ h। ਹਾਈਟ ਦਿੱਤੀ ਹੋਈ ਹੈ 7 ਸੈਂਟੀਮੀਟਰ। ਇਸ ਤਰ੍ਹਾਂ ਵੇਲਣ ਦਾ ਖੇਤਰਫਲ ਆ ਜਾਏਗਾ 2 ਪਾਈ ਦੀ ਕੀਮਤ ਅਸੀਂ ਇਸ ਪ੍ਰਸ਼ਨ ਵਿੱਚ 22/7 ਲੈ ਰਹੇ ਹਾਂ, ਗੁਣਾ 2 ਪਾਈ ਗੁਣਾ r 7/2 ਗੁਣਾ h 7 ਸੈਂਟੀਮੀਟਰ। ਅਸੀਂ ਇੱਥੇ ਕੈਂਸਲੇਸ਼ਨਸ ਕਰ ਰਹੇ ਹਾਂ। 2 ਨਾਲ 2 ਕੱਟਿਆ ਗਿਆ, 7 ਨਾਲ 7, ਪਿੱਛੇ ਬਚਦਾ ਹੈ 22 ਗੁਣਾ 7, ਗੁਣਾ ਕਰਨ ਤੇ ਆ ਜਾਏਗਾ 154। ਖੇਤਰਫਲ ਦੀ ਇਕਾਈ ਵਰਗ ਸੈਂਟੀਮੀਟਰ। ਇਹ ਸਾਡੇ ਕੋਲ ਵੇਲਣ ਦਾ ਸਤ੍ਹਾ ਦਾ ਖੇਤਰਫਲ ਪ੍ਰਾਪਤ ਹੋ ਗਿਆ ਹੈ। ਨੈਕਸਟ ਅਸੀਂ ਕੱਢ ਰਹੇ ਹਾਂ ਘਣ ਦਾ। ਘਣ ਦਾ ਸਤ੍ਹਾ ਦਾ ਖੇਤਰਫਲ 6 ਗੁਣਾ ਭੁਜਾ ਦਾ ਵਰਗ। 6 ਗੁਣਾ, ਇੱਥੇ ਭੁਜਾ ਦਿੱਤੀ ਹੋਈ ਹੈ 7 ਦਾ ਵਰਗ 49, ਅਤੇ ਗੁਣਾ ਕਰਨ ਤੋਂ ਬਾਅਦ ਸਾਨੂੰ ਪ੍ਰਾਪਤ ਹੋਇਆ 294। ਇਕਾਈ ਵਰਗ ਸੈਂਟੀਮੀਟਰ। ਅਸੀਂ ਤੁਲਨਾ ਕਰਨੀ ਹੈ ਵੇਲਣ ਦਾ ਸਤ੍ਹਾ ਦਾ ਖੇਤਰਫਲ ਅਤੇ ਘਣ ਦਾ ਸਤ੍ਹਾ ਦਾ ਖੇਤਰਫਲ। ਦੋਨਾਂ ਰਾਸ਼ੀਆਂ ਵਿੱਚੋਂ ਕਿਹੜੀ ਵੱਧ ਹੈ? ਬਿਲਕੁਲ ਠੀਕ, ਸਾਡਾ ਸਿੱਟਾ ਹੈ ਘਣ ਦਾ ਸਤ੍ਹਾ ਦਾ ਖੇਤਰਫਲ ਵੇਲਣ ਤੋਂ ਵੱਧ ਹੈ। ਇਹ ਖੇਤਰਫਲ ਵੱਧ ਹੈ ਕੇਵਲ ਇਸ ਮਾਪ ਲਈ। ਜੇ ਭੁਜਾਵਾਂ ਦੇ ਮਾਪ ਜਾਂ ਵਿਆਸ ਅਤੇ ਉਚਾਈ ਵੱਖ-ਵੱਖ ਦਿੱਤੇ ਹੁੰਦੇ, ਕੁਝ ਹੋਰ ਦਿੱਤੇ ਹੁੰਦੇ, ਤਾਂ ਪ੍ਰਸ਼ਨ ਕੋਈ ਹੋਰ ਰੂਪ ਲੈ ਸਕਦਾ ਹੈ। ਤਾਂ ਸਾਥੀਓ, ਤੁਸੀਂ ਦੇਖਿਆ ਕਿ ਅਸੀਂ ਸਤ੍ਹਾ ਦਾ ਖੇਤਰਫਲ ਦਾ ਸੂਤਰ ਪ੍ਰਯੋਗ ਕਰਕੇ ਸਵਾਲ ਕੱਢੇ। ਫਾਰਮੂਲਿਆਂ ਵਾਲੇ ਪੇਜ ਦਾ ਸਕਰੀਨਸ਼ਾਟ ਜ਼ਰੂਰ ਲੈ ਲਓ ਅਤੇ ਸਾਰੇ ਫਾਰਮੂਲੇ ਚੰਗੀ ਤਰ੍ਹਾਂ ਯਾਦ ਕਰ ਲਓ। ਅਗਲੇ ਵੀਡੀਓ ਵਿੱਚ ਅਸੀਂ ਘਣ, ਘਣਾਵ ਅਤੇ ਵੇਲਣ ਇਹਨਾਂ ਦੇ ਆਇਤਨ ਦੀ ਗੱਲ ਕਰਾਂਗੇ। ਤੁਸੀਂ ਆਪਣੇ ਸਿਲੇਬਸ ਦੀ ਕਿਤਾਬ ਵਿੱਚੋਂ ਇਹਨਾਂ ਫਾਰਮੂਲਿਆਂ ਉੱਤੇ ਆਧਾਰਿਤ ਪ੍ਰਸ਼ਨ ਜ਼ਰੂਰ ਕਰ ਲਓ ਅਤੇ ਆਪਣੀਆਂ ਕੁਐਰੀਜ਼ ਨੂੰ ਸਾਡੇ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਪੁੱਛੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਓ। ਉਸ ਦੇ ਨਾਲ ਹੀ ਤੁਹਾਡੇ ਕੋਲ ਸਾਡੀਆਂ ਲੇਟੈਸਟ ਵੀਡੀਓਜ਼ ਆਉਣਗੀਆਂ। ਅੱਜ ਦੇ ਲਈ ਬਸ ਇੰਨਾ ਹੀ। ਟੇਕ ਕੇਅਰ ਐਂਡ ਵਰਕ ਹਾਰਡ। ਬਾਏ ਬਾਏ।